Hello students. In this video we'll talk about compounds of group 15 like kede elements de jede compounds which are most popular. We'll talk about that. First is the nitrogen yani ki N2. ਜਿਹੜਾ N2 ਹੈ that was discovered by Daniel Rutherford. ਹੁਣ ਉਹਦੀ ਪ੍ਰੈਪਰੇਸ਼ਨ ਕਿਵੇਂ ਹੈ ਦ ਨਾਈਟ੍ਰੋਜਨ ਵੈਨ ਆਈ ਸੇ ਆਫ ਨਾਈਟ੍ਰੋਜਨ ਆਈ ਮੀਨ N2 ਜਿਹੜਾ N2 ਮੋਲੀਕਿਊਲ ਹੈ ਉਹਨੂੰ ਆਪਾਂ ਪ੍ਰਪੇਅਰ ਕਿਵੇਂ ਕਰ ਸਕਦੇ ਹਾਂ ਉਹਨੂੰ ਆਪਾਂ ਪ੍ਰਪੇਅਰ ਕਰ ਸਕਦੇ ਹਾਂ ਬਾਈ ਯੂਜ਼ਿੰਗ ਨਾਈਟ੍ਰੋਜਨ ਕੰਪਾਊਂਡਸ ਜੇ ਆਪਾਂ ਨਾਈਟ੍ਰੋਜਨ ਦੇ ਕੰਪਾਊਂਡਸ ਤੋਂ N2 ਆਪਾਂ ਕਿਵੇਂ ਪ੍ਰਪੇਅਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਲੈਬ ਪ੍ਰੈਪਰੇਸ਼ਨ ਹੈ ਜੇ ਆਪਾਂ ਅਮੋਨੀਅਮ ਕਲੋਰਾਈਡ ਇਹ ਸਾਲਟ ਹੈ ਅਮੋਨੀਅਮ ਦਾ ਇਟ ਕੰਟੇਨਸ ਨਾਈਟ੍ਰੋਜਨ ਵੈਨ ਇਟ ਇਜ਼ ਰਿਐਕਟਡ ਵਿਦ ਸੋਡੀਅਮ ਨਾਈਟਰਾਈਟ ਆ ਜਿਹੜਾ ਹੈਗਾ ਦਿਸ ਇਜ਼ ਸੋਡੀਅਮ ਨਾਈਟਰਾਈਟ. So when NH4Cl ammonium chloride is reacted with sodium nitrite ਇਹ ਆਪਸ ਚ ions exchange ਕਰ ਲੈਣਗੇ ammonium nitrite will be formed plus NaCl. Ammonium nitrite on heating releases N2. This N2 can be used for the lab purpose. ठीक है जी. ਹੁਣ ਇਹਦੇ ਨਾਲ small amounts of NO and HNO3 will be formed as impurities. So small amounts of NO and HNO3 are formed as impurities ਤੇ ਉਸ ਨੂੰ ਆਪਾਂ remove ਕਿਵੇਂ ਕਰ ਸਕਦੇ ਹਾਂ through by passing these gases through aqueous sulfuric acid containing potassium dichromate. ਇਹ aqueous sulfuric acid ਤੇ potassium ਦੇ act as dehydrating agent. ਇਹ ਕੀ ਕਰਦੇ ਆ ਇਹਨਾਂ gases ਨੂੰ absorb ਕਰ ਲੈਂਦੇ ਆ ਉਹ ਪਿੱਛੇ ਆਪਣੇ ਕੋਲ ਕੀ ਰਹਿ ਜਾਂਦਾ ਹੈ pure N2 gas, right? Next is the preparation from ammonia. If ammonia is reacted with bleaching powder, CaOCl2 is a constituent of bleaching powder. ਇਹਦੇ ਵਿੱਚੋਂ ਜੇ ਅਮੋਨੀਆ ਪਾਸ ਕੀਤੀ ਜਾਵੇ ਤਾਂ ਆਪਣੇ ਕੋਲ N2 ਗੈਸ ਇਜ਼ ਰਿਲੀਜ਼ਡ ਕੀ ਫਾਰਮ ਹੋ ਜਾਂਦਾ ਹੈ ਕੈਲਸ਼ੀਅਮ ਕਲੋਰਾਈਡ ਵਾਟਰ ਐਂਡ N2. प्योर नाइट्रोजन जे आप प्रिपेयर करनी है प्योर नाइट्रोजन इज ऑब्टेन्ड फ्रॉम कॉपर ऑक्साइड वैन इट इज़ रिएक्टेड विद अमोनीआ. यूजुअली आप अमोनीआ जी दोवें रिएक्शनस है दे आर फ्रॉम अमोनीआ. जे आप कॉपर ऑक्साइड नूं रिएक्ट करते हैं अमोनीआ दे नाल वॉट इज़ फॉर्मड N2 कॉपर एंड वाटर. Next very important reaction is if you have to prepare very pure nitrogen ਤਾਂ ਉਹ ਕਿਵੇਂ ਪ੍ਰਪੇਅਰ ਕੀਤੀ ਜਾਂਦੀ ਹੈ ਬਾਈ ਥਰਮਲ ਡੀਕੰਪੋਜੀਸ਼ਨ ਆਫ ਸੋਡੀਅਮ ਔਰ ਬੇਰੀਅਮ ਐਜ਼ਾਈਡ. ਰਾਜੇ ਐਜ਼ਾਈਡ ਹੁੰਦਾ ਹੈ ਆ ਚੀਜ਼ N3 ਉੱਪਰ ਨੈਗੇਟਿਵ ਦਿਸ ਇਜ਼ ਐਜ਼ਾਈਡ ਆਇਨ. ਸੋ ਬੇਰੀਅਮ ਨਾਈਟਰਾਈਡ ਯਾਨੀ ਕਿ Ba ਦੇ ਉੱਪਰ 2 ਪੋਜ਼ਿਟਿਵ ਐਜ਼ਾਈਡ ਦੇ ਉੱਤੇ ਤੋਂ ਕ੍ਰਿਸ ਕ੍ਰੋਸ ਕਰਕੇ ਕੀ ਬਣਿਆ NaBaN3 2. ਸੋ ਇਹਨੂੰ ਜੇ ਤੁਸੀਂ ਹੀਟ ਕਰੋਗੇ ਬੇਰੀਅਮ ਤੇ ਆ ਨਾਈਟ੍ਰੋਜਨ ਗੈਸ ਵਿਲ ਬੀ ਰਿਲੀਜ਼ਡ ਵਿਚ ਇਜ਼ ਵੈਰੀ ਪਿਓਰ ਕਿਉਂਕਿ ਇਹਦੇ ਨਾਲ ਹੋਰ ਕੋਈ ਇੰਪਿਓਰਿਟੀਜ਼ ਨਹੀਂ ਬਣੀਆਂ. ਸੋਡੀਅਮ ਨਾਈਟਰਾਈਡ ਸੋਡੀਅਮ ਐਜ਼ਾਈਡ ਨੂੰ ਜੇ ਆਪਾਂ ਰਿਐਕਟ ਥਰਮਲੀ ਡੀਕੰਪੋਜ਼ ਕਰਾਂਗੇ ਇਟ ਵਿਲ ਆਲਸੋ ਰਿਲੀਜ਼ N2 ਗੈਸ ਵਿਚ ਵਿਲ ਬੀ ਪਿਓਰ. ਇਹ ਤਾਂ ਸੋਲਿਡ ਮੈਟਲਸ ਹੋ ਗਏ ਤੇ ਜਿਹੜੀ ਗੈਸ ਰਿਲੀਜ਼ ਹੋਊਗੀ ਦੈਟ ਵਿਲ ਬੀ ਪਿਓਰ. ਵੈਰੀ ਇੰਪੋਰਟੈਂਟ ਦਿਸ ਇਜ਼ ਕੁਆਇਟ ਇੰਪੋਰਟੈਂਟ ਫੋਰਥ ਪ੍ਰੈਪਰੇਸ਼ਨ. ਠੀਕ ਹੈ ਜੀ. ਫਿਫਥ ਕੀ ਹੈ ਜਿਹੜੀ N2 ਗੈਸ ਹੈ ਉਹ ਵੋਲਕੈਨੋ ਐਕਸਪੈਰੀਮੈਂਟ ਦੇ ਨਾਲ ਵੀ ਪ੍ਰਪੇਅਰ ਕੀਤੀ ਜਾ ਸਕਦੀ ਉਹਦੇ ਵਿੱਚ ਵੀ ਰਿਲੀਜ਼ ਹੁੰਦੀ ਹੈ. ਜੇ ਤੁਸੀਂ ਸਾਇੰਸ ਮੋਡਲਸ ਦੇਖੇ ਹੈ ਜੇ ਤੁਸੀਂ ਕਦੇ ਵੀ ਸੁਣਿਆ ਅਬਾਊਟ ਦੀ ਵੋਲਕੈਨੋ ਐਕਸਪੈਰੀਮੈਂਟ ਕੀ ਹੁੰਦਾ ਹੈ ਉਹਦੇ ਵਿੱਚ ਆਪਾਂ ਅਮੋਨੀਅਮ ਡਾਈਕ੍ਰੋਮੇਟ ਲੈਂਦੇ ਹਾਂ. ਅਮੋਨੀਅਮ ਡਾਈਕ੍ਰੋਮੇਟ ਇਜ਼ ਦਿਸ NH4 ਹੋਲ ਟਵਾਈਸ Cr2O7. ਜਦੋਂ ਉਸਨੂੰ ਅਸੀਂ ਹੀਟ ਕਰਦੇ ਹਾਂ ਤਾਂ ਆਪਣੇ ਕੋਲ ਕੀ ਨਿਕਲਦਾ N2 ਗੈਸ ਤੇ ਵਾਟਰ ਵਿਚ ਗਿਵ ਦ ਅਪੀਅਰੈਂਸ ਆਫ ਵੋਲਕੈਨੋ ਤੇ Cr2O3 ਜਿਹੜਾ ਗ੍ਰੀਨ ਕਲਰ ਦਾ ਪਾਊਡਰ ਹੈ ਦੈਟ ਇਜ਼ ਰਿਲੀਜ਼ਡ. ਕੀ ਹੁੰਦਾ ਅਮੋਨੀਅਮ ਡਾਈਕ੍ਰੋਮੇਟ ਅੰਡਰਗੋਜ਼ ਥਰਮਲ ਡੀਕੰਪੋਜੀਸ਼ਨ ਦ ਗ੍ਰੀਨ ਪਾਊਡਰ ਆਫ Cr2O3 ਇਜ਼ ਸਕੈਟਰਡ ਹੇਅਰ ਐਂਡ ਦੇਅਰ ਬਾਏ ਜਿਹੜਾ ਨਾਈਟ੍ਰੋਜਨ ਐਂਡ ਵਾਟਰ ਵੇਪਰ ਇਜ਼ ਇਵੋਲਵਡ. This gives the appearance of a volcano. So this is the volcano experiment. This adds to your knowledge, right? ਉਹਦੇ ਵਿੱਚ ਆਪਾਂ ਅਮੋਨੀਅਮ ਡਾਈਕ੍ਰੋਮੇਟ ਲੈ ਰਹੇ. ਫਿਰ ਜੇ ਆਪਾਂ ਵੈਸੇ ਜੇ ਆਪਾਂ ਨੂੰ ਕਮਰਸ਼ੀਅਲ ਪਰਪਸ ਵਾਸਤੇ ਚਾਹੀਦਾ ਤਾਂ ਆਪਾਂ ਕਿਵੇਂ ਕਰ ਸਕਦੇ ਹਾਂ ਬਾਈ ਫ੍ਰੈਕਸ਼ਨਲ ਡਿਸਟੀਲੇਸ਼ਨ ਆਫ ਲਿਕੁਇਫਾਈਡ 에ਅਰ. ਆਪਾਂ 에ਅਰ ਲਈ ਹੈ ਉਸ ਨੂੰ ਲਿਕੁਇਫਾਈ ਕੀਤਾ ਫਿਰ ਉਸ ਦੀ ਫ੍ਰੈਕਸ਼ਨਲ ਡਿਸਟੀਲੇਸ਼ਨ ਕੀਤੀ ਹੈ. ਫ੍ਰੈਕਸ਼ਨਲ ਡਿਸਟੀਲੇਸ਼ਨ ਕਿਉਂ ਕੀਤੀ ਹੈ ਕਿਉਂਕਿ ਆਕਸੀਜਨ ਦਾ ਤੇ N2 ਦਾ ਬੋਇਲਿੰਗ ਪੁਆਇੰਟ ਅੱਡ ਹੈ.
ਲੋਅਰ ਬੋਇਲਿੰਗ ਪੁਆਇੰਟ N2 ਦਾ ਉਹ ਪਹਿਲਾਂ ਡਿਸਟਿਲ ਹੋ ਜਾਂਦਾ ਹੈ ਵਿਚ ਹੈਜ਼ 77.2 ਕੈਲਵਿਨ ਤੇ ਪਿੱਛੇ ਲੀਵਿੰਗ ਬਿਹਾਈਂਡ ਲਿਕੁਇਡ O2। ਇਸ ਤਰ੍ਹਾਂ ਆਪਾਂ ਕਿਉਂਕਿ 에ਅਰ ਦੇ ਵਿੱਚ ਮੇਨ ਕਿਹੜੀਆਂ ਦੋ ਗੈਸਿਸ ਹੈ ਨਾਈਟ੍ਰੋਜਨ ਐਂਡ ਆਕਸੀਜਨ, ਸੋ ਉਹਨਾਂ ਦਾ ਬੋਇਲਿੰਗ ਪੁਆਇੰਟ ਡਿਫਰੈਂਟ ਹੋਣ ਕਰਕੇ ਆਪਾਂ ਉਹਨਾਂ ਨੂੰ ਸੈਪਰੇਟ ਕਰ ਸਕਦੇ ਹਾਂ ਬਾਏ ਫ੍ਰੈਕਸ਼ਨਲ ਡਿਸਟੀਲੇਸ਼ਨ। ਨੈਕਸਟ ਆਪਾਂ ਜੇ ਪ੍ਰੋਪਰਟੀਜ਼ ਦੀ ਗੱਲ ਕਰੀਏ N2 ਦੀਆਂ, N2 ਇਜ਼ ਅ ਕਲਰਲੈਸ, odorless, tasteless, non-toxic and relatively inert gas। relatively inert gas मतलब ये react नहीं करता। inert क्यों है? क्योंकि देखो राजे N2 है ਜਿਹੜਾ exist करता है। N2 किवें exist करता है? N ट्रिपल बॉन्ड N, ये आप कंपाउंड्स पहले वाली वीडियोस च कीता होया। ਇਹਨਾਂ ਦਾ ਬੌਂਡ ਤੋੜਨਾ ਬਹੁਤ ਡਿਫਿਕਲਟ ਹੈ ਬਿਕੋਜ਼ ਟ੍ਰਿਪਲ ਬੌਂਡ ਹੈ ਤੇ ਇਹਨਾਂ ਦੀ ਬੌਂਡ ਇੰਥੈਲਪੀ ਬਹੁਤ ਜ਼ਿਆਦਾ ਹੈ 94.4 ਕਿਲੋ ਜਾਊਲਸ ਪਰ 941.4 ਕਿਲੋ ਜਾਊਲਸ ਪਰ ਮੋਲ, ਤੇ ਇਹਦੀ ਬੌਂਡ ਇੰਥੈਲਪੀ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਟੁੱਟੂਗਾ ਨਹੀਂ ਰੂਮ ਟੈਂਪਰੇਚਰ ਤੇ ਹੈਂਸ ਇਹ ਰਿਐਕਟਿਵ ਨਹੀਂ ਹੈਗਾ। ਫਿਰ ਦੂਸਰਾ ਪੁਆਇੰਟ ਕੀ ਹੈ, ਨਾਈਟ੍ਰੋਜਨ ਐਟਮ ਹੈਜ਼ 2 ਸਟੇਬਲ ਆਈਸੋਟੋਪਸ, ਇੱਕ ਤਾਂ ਨਾਈਟ੍ਰੋਜਨ 14 ਤੇ ਨਾਈਟ੍ਰੋਜਨ 15। थर्ड हैगा इट हैज़ वेरी लो सॉल्युबिलिटी इन वाटर एंड लो फ्रीजिंग एंड बॉइलिंग पॉइंट, पानी दे विच घुलदा नहीं है तो बहुत ही लो फ्रीजिंग ते बॉइलिंग पॉइंट है। जे आपां इहदी रिएक्शन विद ऑक्सीजन वेखीए, N2 रिएक्ट करदा ऑक्सीजन दे नाल एट वेरी वेरी हाई टैंपरेचर। वैसे तो ये इनर्ट है बट जे आपां टैंपरेचर नूं बहुत ज़्यादा कर दईए 2000 कैलविन तो NO नाइट्रोजन मोनोऑक्साइड बनती है। दिस रिएक्शन फॉर्म्स द बेसिस ऑफ मैन्युफैक्चर ऑफ HNO3 बाय बर्कलैंड एंड एड प्रोसेस। ठीक है जी, मतलब कि आ जी रिएक्शन है ये कादे वास्ते यूज़ होंदी है इन दी मैन्युफैक्चर ऑफ अमोनीया, केड़े प्रोसैस दे नाल? बर्कलैंड एंड एड प्रोसैस। बस इस ते जानना है कि N2 यूजुअली इनर्ट है, रूम टैंपरेचर ते रिएक्ट नहीं करती, बट जे असी टैंपरेचर बहुत ज़्यादा कर देंगे अराउंड अबाउट 2000 कैलविन तो जी N2 ते ऑक्सीजन गैस मिल के की बना देंदी है NO अगे यूज़ हो सकता है फॉर द प्रोडक्शन ऑफ HNO3। नैक्सट हैगा जी उहदी रिएक्शन विद मैटल्स, लीथियम जो नाइट्रोजन के नाल रिएक्ट करता है 450 डिग्री सैल्सीयस लीथियम नाइट्राइड इज फॉर्म, दिस इज लीथियम नाइट्राइड। ठीक है, तो मैग्नीशियम नाइट्राइड जिहड़े मैटल्स है जदों वो कंबाइन करते हैं, ठीक है, नाइट्राइड की हुंदा है NO पर 3 नैगेटिव, दिस इज़ नाइट्राइड। तो जे मैं एजाइड की गल करो N3 उपर नैगेटिव सीगा, दोवां विच डिफरेंस है। ठीक है जी, हुण जे रिएक्शन विद कैल्शियम कार्बाइड, जे कैल्शियम कार्बाइड दे नाल N2 रिएक्ट करता है, कैल्शियम साइनामाइड इज़ फॉर्म, दिस इज़ CaCN2, दिस इज़ कैल्शियम साइनामाइड। प्लस कार्बन जिहड़ा आ मिक्सचर है कैल्शियम साइनामाइड ते कार्बन का मिक्सचर है, इट इज़ कॉल्ड एज नाइट्रोलिम। नाइट्रोलिम क्यों इंपॉर्टेंट है? बिकॉज इट इज़ यूज्ड एज अ फर्टिलाइजर। एज ऑन हाइड्रोलिसिस इट प्रोड्यूसिस अमोनीया प्लांट्स दी प्लांट्स नूं जरूरत है, सो NH3 लीविंग बिहाइंड अ रेजिड्यू ऑफ कैल्शियम कार्बोनेट। ठीक है जी, आ जिहड़ा हैगा वेरी इंपॉर्टेंट मिक्सचर ऑफ CaCN2 प्लस कार्बन, इट इज़ कॉल्ड एज नाइट्रोलिम। नाइट्रोलिम इज़ यूज्ड एज अ फर्टिलाइजर। फिर यूजेस ऑफ नाइट्रोजन इन द मैन्युफैक्चर ऑफ अमोनिया एंड अदर इंडस्ट्रियल केमिकल्स कंटेनिंग नाइट्रोजन, फॉर एग्जाम्पल ऊपर वाला कैल्शियम साइनामाइड। इट प्रोवाइड्स इनर्ट एटमॉस्फेयर इन आयरन एंड स्टील इंडस्ट्री, बिकॉज ये आप खुद नहीं ना रिएक्ट करता तो एक इनर्ट एटमॉस्फेयर ये प्रोवाइड कर सकता है। इनर्ट डाइल्यूएंट फॉर रिएक्टिव केमिकल्स। लिक्विड N2 is used as a refrigerant to preserve biological materials, food items and in cryosurgery. So these are the uses. क्रायोसर्जरी मैं पहला भी दसा सी जिथे बहुत लो टैंपरेचर यानी कि ठंड दे विच जिहड़े एक्सपैरीमेंट्स किए जाते हैं। ठीक है जी, नाइट्रोजन इट इज़ यूज्ड एज अ प्रिजर्वेटिव फॉर फूड आइटम्स ऑल्सो, जो चिप्स के पैकेट होंगे उन्होंने N2 गैस होंगी है बिकॉज इट इज़ यूज्ड एज अ प्रिजर्वेटिव। नैक्सट जे आप गल करिए ऑक्सो एसिड्स ऑफ नाइट्रोजन, ये ऑक्सो एसिड्स मतलब कि जोड़ा हाइड्रोजन लूज होंगे, एसिड्स किहड़े होंगे हैं जिहड़े H पॉजिटिव लूज करन।
एच ऑक्सो एसिड मतलब ਜਿਹੜਾ H ਪੋਜ਼ਿਟਿਵ ਲੂਜ਼ ਕਰਨਾ ਹੈ ਉਹ ਆਕਸੀਜਨ ਦੇ ਨਾਲ ਅਟੈਚਡ ਹੈ, ਉਹਨਾਂ ਨੂੰ ਆਕਸੋ ਐਸਿਡਸ ਕਹਿੰਦੇ ਆ। ਨਾਈਟ੍ਰੋਜਨ ਦੇ ਆਕਸੋ ਐਸਿਡਸ ਜਿਵੇਂ ਕਿ ਹਾਈਪੋਨਾਈਟਰਸ ਐਸਿਡ H2N2O2 ਜਿਹਦੇ ਵਿੱਚ ਨਾਈਟ੍ਰੋਜਨ ਦੇ ਉੱਤੇ +1 ਆਕਸੀਡੇਸ਼ਨ ਸਟੇਟ ਹੈ, ਇਹ ਇਹਦਾ ਸਟਰਕਚਰ ਹੈ। ਐਨ ਡਬਲ ਬੌਂਡ ਐਨ, ਇਹਦੀ ਜਿਹੜੀ ਫ੍ਰੀ ਵੈਲੈਂਸੀ ਹੋਗੀ, ਵੈਸੇ ਐਨ ਟ੍ਰਿਪਲ ਬੌਂਡ ਐਨ ਹੁੰਦਾ ਹੈ, ਜਦੋਂ ਟ੍ਰਿਪਲ ਤੋਂ ਡਬਲ ਰਹਿ ਗਿਆ, ਇੱਕ ਵੈਲੈਂਸੀ ਇਹਦੀ ਫ੍ਰੀ ਹੋ ਗਈ, ਇੱਕ ਇਹਦੀ ਫ੍ਰੀ ਹੋ ਗਈ, ਇੱਧਰ ਵੀ OH ਲੱਗ ਗਿਆ, ਇੱਧਰ ਵੀ OH ਲੱਗ ਗਿਆ। ਇਹਦੇ ਵਿੱਚ ਨਾਈਟ੍ਰੋਜਨ ਦੇ ਉੱਤੇ ਆਕਸੀਡੇਸ਼ਨ ਸਟੇਟ ਕੀ ਹੈ +1। ਫਿਰ ਨਾਈਟਰਸ ਐਸਿਡ HNO2, ਇਹਦੇ ਵਿੱਚ ਨਾਈਟ੍ਰੋਜਨ ਦੇ ਉੱਤੇ ਕਿਹੜਾ ਆਕਸੀਡੇਸ਼ਨ ਸਟੇਟ ਹੈ +3। ਸੋ ਦਿਸ ਇਜ਼ ਇਟ ਸਟਰਕਚਰ। ਫਿਰ ਨਾਈਟ੍ਰਿਕ ਐਸਿਡ HNO3 ਵਿਦ ਨਾਈਟ੍ਰੋਜਨ +5 ਆਕਸੀਡੇਸ਼ਨ ਸਟੇਟ। ਫਿਰ ਪਰਆਕਸੀ ਨਾਈਟ੍ਰਿਕ ਐਸਿਡ HNO4, ਇਹਦੇ ਉੱਤੇ +5 ਪਰਆਕਸੋ, ਯਾਨੀ ਕਿ ਇਹਦੇ ਵਿੱਚ ਪਰਆਕਸਾਈਡ ਲਿੰਕੇਜ ਹੈ, ਆਹ ਪਰਆਕਸਾਈਡ ਲਿੰਕੇਜ ਹੈ। ਦਿਸ ਇਜ਼ ਦੀ ਪਰਆਕਸਾਈਡ ਲਿੰਕੇਜ। ਸਮਝ ਗਏ ਮੇਰੀ ਗੱਲ। ਸੋ ਹੁਣ ਇਹਨਾਂ ਵਿੱਚੋਂ ਸਟੇਬਲ ਕਿਹੜਾ ਹੈ? ਦੀ ਸਟਰੈਂਥ ਐਂਡ ਦੀ ਸਟੇਬਿਲਿਟੀ ਆਫ ਦੀ ਆਕਸੋ ਐਸਿਡਸ ਆਫ ਐਨ ਐਲੀਮੈਂਟ ਇਨਕਰੀਜ਼ਸ ਵਿਦ ਇਨਕਰੀਜ਼ ਇਨ ਇਟਸ ਆਕਸੀਡੇਸ਼ਨ ਸਟੇਟ। ਸੋ ਜਿਹਦੇ ਉੱਤੇ ਆਕਸੀਡੇਸ਼ਨ ਸਟੇਟ ਜ਼ਿਆਦਾ, ਉਹ ਜ਼ਿਆਦਾ ਸਟਰੋਂਗ ਐਸਿਡ ਹੈ ਅਤੇ ਉਹ ਜ਼ਿਆਦਾ ਸਟੇਬਲ ਹੈ। ਨਾਈਟ੍ਰਿਕ ਐਸਿਡ ਜਿਵੇਂ HNO3 ਦੇ ਵਿੱਚ N ਦੇ ਉੱਤੇ +3 ਹੈ, ਸੋ ਇਹ ਜ਼ਿਆਦਾ ਸਟਰੋਂਗ ਐਸਿਡ ਹੈ ਦੈਨ HNO2। ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਐਸਿਡ ਆਫ ਨਾਈਟ੍ਰੋਜਨ ਵਿਚ ਇਜ਼ ਨਾਈਟ੍ਰਿਕ ਐਸਿਡ HNO3। HNO3 ਆਲਸੋ ਨੋਨ ਐਜ਼ ਐਕਵਾ ਫੋਰਟਿਸ। ਸੋ ਇਹਦੀ ਲੈਬ ਪ੍ਰੈਪਰੇਸ਼ਨ, ਸੋ ਪਹਿਲਾਂ ਆਪਾਂ N2 ਕੀਤਾ, ਸੈਕਿੰਡ ਜਿਹੜਾ ਹੈਗਾ ਉਹ ਆਪਣਾ ਨਾਈਟ੍ਰਿਕ ਐਸਿਡ ਹੈ HNO3 ਆਲਸੋ ਨੋਨ ਐਜ਼ ਐਕਵਾ ਫੋਰਟਿਸ। ਇਹਦੀ ਲੈਬ ਪ੍ਰੈਪਰੇਸ਼ਨ ਕਿਵੇਂ ਹੈ? ਜੇਕਰ ਆਪਾਂ ਸੋਡੀਅਮ ਜਾਂ ਪੋਟੈਸ਼ੀਅਮ ਨਾਈਟ੍ਰੇਟ KNO3 ਐਂਡ ਸੋਡੀਅਮ ਨਾਈਟ੍ਰੇਟ, ਯਾਨੀ ਕਿ ਜੇ ਆਪਾਂ ਕਿਸੇ ਵੀ ਨਾਈਟ੍ਰੇਟ, ਇਹ ਨਾਈਟ੍ਰੇਟ ਹੈ, ਵਿੱਚੋਂ ਐਸਿਡ ਪਾਈਏ H2SO4 ਪਾਈਏ ਤਾਂ ਕੀ ਬਣਦਾ ਹੈ HNO3 ਐਸਿਡ ਬਣ ਗਿਆ ਅਤੇ ਨਾਲ ਉਹਨਾਂ ਦਾ ਸਾਲਟ ਬਣ ਗਿਆ, ਉਹਨਾਂ ਨੇ ਆਪਣੇ ਆਇਨਸ ਐਕਸਚੇਂਜ ਕਰ ਲਏ। H2SO4 ਇਹ ਲੈਸ ਵੋਲੇਟਾਈਲ ਕਹਿ ਲਓ ਐਸਿਡ ਹੈ, ਇਹ ਜਦੋਂ ਸਾਲਟਸ ਦੇ ਵਿੱਚੋਂ ਪਾਸ ਕੀਤਾ ਜਾਂਦਾ ਹੈ ਤਾਂ ਮੋਰ ਵੋਲੇਟਾਈਲ ਐਸਿਡਸ ਬਣ ਜਾਂਦੇ HNO3। ਕਮਰਸ਼ੀਅਲ ਪ੍ਰੈਪਰੇਸ਼ਨ ਇਜ਼ ਵੈਰੀ ਇੰਪੋਰਟੈਂਟ ਬਾਏ Oswald's ਪ੍ਰੋਸੈਸ। ਇਹਦੇ ਵਿੱਚ ਕੀ ਕੀਤਾ ਜਾਂਦਾ ਹੈ? ਅਮੋਨੀਆ ਦੇ ਆਕਸੀਡੇਸ਼ਨ ਹੁੰਦੀ ਹੈ, ਅਮੋਨੀਆ ਐਂਡ ਆਕਸੀਜਨ ਆਰ ਮੇਡ ਟੂ ਰਿਐਕਟ, ਟੈਂਪਰੇਚਰ 500 ਕੈਲਵਿਨ ਐਂਡ 9 ਬਾਰ। ਫਸਟ ਸਟੈਪ ਹੈ ਇਹਦਾ। ਇਹਦੇ ਵਿੱਚ ਪਲੈਟੀਨਮ ਰੋਡੀਅਮ ਗੌਜ ਕੈਟਲਿਸਟ ਲਿਆ ਜਾਂਦਾ ਹੈ ਅਤੇ NO ਬਣਦਾ, ਨਾਈਟ੍ਰੋਜਨ ਮੋਨੋਆਕਸਾਈਡ ਪਲੱਸ ਵਾਟਰ। ਇਸ ਨਾਈਟ੍ਰੋਜਨ ਮੋਨੋਆਕਸਾਈਡ ਦੀ ਆਕਸੀਡੇਸ਼ਨ ਹੁੰਦੀ ਹੈ ਟੂ ਫਾਰਮ NO2, ਫਿਰ NO2 ਨੂੰ ਵਾਟਰ ਦੇ ਵਿੱਚ ਪਾਸ ਕੀਤਾ ਜਾਂਦਾ ਟੂ ਫਾਰਮ HNO3। ਆ ਸਾਡਾ HNO3 ਥਰਡ ਸਟੈਪ 'ਚ ਬਣ ਗਿਆ। ਆ ਜਿਹੜਾ NO ਗੈਸ ਹੁਣ ਰਿਲੀਜ਼ ਹੋਈ ਹੈ, ਇਹ ਦੁਬਾਰਾ ਸੈਕਿੰਡ ਸਟੈਪ 'ਚ ਯੂਜ਼ ਕੀਤੀ ਜਾ ਸਕਦੀ ਹੈ ਐਂਡ ਮੋਰ ਅਮਾਊਂਟ ਆਫ HNO3 ਕੈਨ ਬੀ ਫਾਰਮਡ। NO thus formed is recycled and aqueous HNO3 can be concentrated by distillation up to 68% by mass। 68% ਤੱਕ ਡਿਸਟੀਲੇਸ਼ਨ ਕਰ ਸਕਦੇ ਹਾਂ, ਉਸ ਤੋਂ ਬਾਅਦ ਇਹਦਾ ਐਜ਼ੀਓਟ੍ਰੋਪ ਬਣ ਜਾਂਦਾ। ਹੁਣ ਐਜ਼ੀਓਟ੍ਰੋਪ ਕੀ ਹੈ ਰਾਜੇ? ਉਹ ਆਪਾਂ ਸੋਲਿਊਸ਼ਨ ਚੈਪਟਰ 'ਚ ਕਰਾਂਗੇ, ਸੋ ਆਈ ਵੋਂਟ ਬੋਦਰ ਯੂ। ਬਸ ਆਪਾਂ ਇਸ ਪ੍ਰੋਸੈਸ ਦੇ ਨਾਲ 68% ਬਾਈ ਮਾਸ ਤੱਕ HNO3 ਬਣ ਜਾਂਦਾ ਹੈ। ਫਰਦਰ ਜੇ ਤੁਸੀਂ 98% ਤੱਕ ਚਾਹੀਦਾ ਤੁਹਾਨੂੰ HNO3 ਤਾਂ ਫਿਰ ਉਹਦੀ ਡੀਹਾਈਡਰੇਸ਼ਨ ਕੀਤੀ ਜਾਂਦੀ ਹੈ ਵਿਦ ਕੰਸਨਟ੍ਰੇਟਡ H2SO4 ਬਿਕੋਜ਼ H2SO4 ਇਜ਼ ਅ ਸਟਰੋਂਗ ਡੀਹਾਈਡਰੇਟਿੰਗ ਏਜੰਟ। ਹੁਣ ਇਹਦੀਆਂ ਪ੍ਰੋਪਰਟੀਜ਼ ਬੜੀਆਂ ਇੰਪੋਰਟੈਂਟ ਹੈ HNO3 ਦੀਆਂ। Pure HNO3 is colorless but acquires yellow color due to decomposition by sunlight or heat into NO2। Very important question। वैसे तो ਜਿਹੜਾ pure HNO3 है वो colorless है but वो yellow color acquire कर ਲੈਂਦਾ ਜੇ ਕਾਫੀ टाइम तक ਪਿਆ रहे sunlight ਤੇ heat ਦੀ presence ਦੇ ਵਿੱਚ ਉਹ release ਕਰ ਦਿੰਦਾ NO2। ਉਸ ਤੋਂ ਬਾਅਦ it is a very strong ਮੋਨੋਬੇਸਿਕ ਐਸਿਡ ਯਾਨੀ ਕਿ ਜਿਹੜਾ HNO3 ਹੈ ਉਹ ਇੱਕ H ਪੋਜ਼ੀਟਿਵ ਲੂਜ਼ ਕਰਦਾ ਹੈ ਪਲੱਸ NO3 ਨੈਗੇਟਿਵ ਇਜ਼ ਫਾਰਮ, ਸੋ ਇੱਕ H ਪੋਜ਼ੀਟਿਵ ਰਿਲੀਜ਼ ਕਰਦਾ ਹੈ, ਇਸ ਕਰਕੇ ਇਹ ਮੋਨੋਬੇਸਿਕ ਹੈ। ਇੰਨਾ ਜ਼ਿਆਦਾ ਸਟਰੋਂਗ ਕਿਉਂ ਹੈ? ਕਿਉਂਕਿ HNO3 ਦੇ ਵਿੱਚ N ਦੇ ਉੱਤੇ ਕਿਹੜਾ ਆਕਸੀਡੇਸ਼ਨ ਸਟੇਟ ਹੈ +5, ਤਾਂ ਜ਼ਿਆਦਾ ਆਕਸੀਡੇਸ਼ਨ ਸਟੇਟ ਮਤਲਬ ਉਹ ਜ਼ਿਆਦਾ ਸਟਰੋਂਗ ਐਸਿਡ ਹੈ। ਉਸ ਤੋਂ ਬਾਅਦ ਜਦੋਂ ਉਹ ਟੁੱਟਦਾ ਹੈ ਜਿਹੜਾ NO3 ਨੈਗੇਟਿਵ ਹੈ ਉਹ ਇੱਕ ਬਹੁਤ ਸਟੇਬਲ ਐਨਾਇਨ ਹੈ, ਤਾਂ ਇਹਦੇ ਤੋਂ ਇੱਕ ਸਟੇਬਲ ਐਨਾਇਨ ਬਣ ਰਿਹਾ, ਇਸ ਕਰਕੇ H ਪੋਜ਼ੀਟਿਵ ਈਜ਼ੀਲੀ ਲੂਜ਼ ਕਰੂਗਾ। ਠੀਕ ਹੈ ਜੀ। ਹੁਣ
इट इज़ अ वेरी नेक्स्ट वेरी इंपॉर्टेंट प्रॉपर्टी इसके, एक बहुत स्ट्रॉन्ग ऑक्सीडाइजिंग एजेंट है। एक स्ट्रॉन्ग ऑक्सीडाइजिंग एजेंट क्यों है? क्योंकि HNO3 रेडिली डीकंपोज हो जाता है कादे विच वाटर, NO2 एंड नेसेंट ऑक्सीजन। दिस इज़ नोन एज नेसेंट ऑक्सीजन ਜਾਂ एटॉमिक ऑक्सीजन। ये ਜਿਹੜਾ नेसेंट ऑक्सीजन है ये बड़ा रिएक्टिव है विच हैल्प्स इन ऑक्सीडाइजिंग। जिमें जे तुसी HNO3 च कार्बन पाओगे, ਇਹਦਾ ਜਿਹੜਾ नेसेंट ऑक्सीजन है वो एसिड बना लूगा H2CO3 प्लस की रिलीज़ हो गया NO2 प्लस वाटर। सल्फर की ऑक्सीडेशन हो जूगी टू H2SO4 बाय HNO3। फॉस्फोरस की ऑक्सीडेशन हो जूगी टू H3PO4। I2 की ऑक्सीडेशन हो जूगी टू HiO3। आर्सैनिक की ऑक्सीडेशन हो जूगी टू H2ASO4 आर्सेनिक एसिड। तो एंटीमनी की हो जूगी एंटीमनिक एसिड H3SbO4 दे विच। तो इन्हां सारे केसिस दे विच HNO3 रिड्यूस हो गया कादे विच HNO3 रिड्यूस हो गया कादे विच NO2 दे विच। हुण जिहड़ा नैक्सट स्टैप यानी कि HNO3 इज़ अ वेरी स्ट्रॉन्ग ऑक्सीडाइजिंग एजेंट। नैक्सट पॉइंट की है, इट ऑल्सो ऑक्सीडाइजेज वेरीअस मैटल्स बट द प्रोडक्ट्स ऑफ ऑक्सीडेशन डिपेंड्स अपॉन द कंसनट्रेशन ऑफ द एसिड। यानी कि जे तुसी कोई डाइल्यूट लिया या कंसनट्रेटेड लिया तो प्रोडक्ट डिफरेंट मिलूगा टैंपरेचर। यानी कि जो ये जोड़ा HNO3 है ये नॉन मैटल्स के नाल रिएक्ट कर रहा सी, बट जे HNO3 मैटल्स के नाल रिएक्ट कर रहा है तो प्रोडक्ट डिफरेंट होगा जे तुसी एसिड गाढ़ा या पतला लओगे। जे आप लेमैन लैंगुएज एक्सप्लेन करिए, ठीक है, वो देखो किवें। जे तुहाडे कोल बहुत डाइल्यूट HNO3 है तो तुसी मैगनीशियम ते मैंगनीज दे नाल रिएक्ट कर रहे हो तो की बनूगा मेटल नाइट्रेट ते हाइड्रोजन गैस विल बी रिलीज्ड। मेटल नाइट्रेट का मतलब जां तुहाडे कोल MgNO3 होल ट्वाइस बन जूगा, इनू मेटल नाइट्रेट कहते हैं, तो हाइड्रोजन गैस विल बी रिलीज्ड। बट जे तुसी डाइल्यूट HNO3 नू रिएक्ट करवा रहे हो आयरन जिंक ते टिन दे नाल तो की फॉर्म होगा मेटल नाइट्रेट तो बनूगा प्लस अमोनीयम नाइट्रेट विल बी फॉर्मड NH4NO3। को डिफरेंस हो गया, मैटल डिफरेंट यूज़ करन दे नाल प्रोडक्ट भी डिफरेंट हो गए। हुण जेकर थोड़ा डाइल्यूट है, डाइल्यूट तो है बट थोड़ा है, जे वो लैड कॉपर सिल्वर मरकरी दे नाल रिएक्ट कर रहा है तो मैटल नाइट्रेट तो बनूगा ही बनूगा, नाल की रिलीज़ होगा NO। सारे केसिस दे विच मैटल नाइट्रेट बनना ही है बट जिहड़े नाल साइड प्रोडक्ट्स है वो डिफरेंट बन रहे हैं, वो याद रखने हैं। जेकर डाइल्यूट HNO3 आयरन ते जिंक दे नाल रिएक्ट कर रहा है तो की फॉर्म होगा मेटल नाइट्रेट प्लस N2O। जे टिन दे नाल रिएक्ट कर रहा है तो NH4NO3 प्लस मेटल नाइट्रेट। हुण जे अपने कोल कंसनट्रेटेड HNO3 है, जे कंसनट्रेटेड HNO3 जिंक आयरन लैड कॉपर Ag दे नाल रिएक्ट कर रहा है तो वो NO2 बनाएगा। पहला जिहड़ा डाइल्यूट दे नाल वो NO बना रहा सीगा बट हुण जिहड़ा कंसनट्रेटेड दे नाल वो NO2 बना रहा है। ਇਹਦੇ ਵਿੱਚ ਉਹ ਜਿਹੜਾ ਟਿਨ ਦੇ ਨਾਲ ਕੀ ਬਣਾ ਰਿਹਾ ਸੀਗਾ ਅਮੋਨੀਅਮ ਨਾਈਟ੍ਰੇਟ ਤੇ ਮੈਟਲ ਨਾਈਟ੍ਰੇਟ, ਬਟ ਹੁਣ ਉਹ ਟਿਨ ਦੇ ਨਾਲ ਕੀ ਬਣਾਊਗਾ NO2 ਪਲਸ H2SNO3 ਐਸਿਡ ਬਣਾ ਰਿਹਾ, ਉਸਨੂੰ ਆਕਸੀਡਾਈਜ਼ ਕਰ ਦਿੱਤਾ। ਇਹ ਹੈ, ਠੀਕ ਹੈ ਜੀ। ਸਾਰਿਆਂ ਦੇ ਵਿੱਚ ਮੈਟਲ ਨਾਈਟ੍ਰੇਟ ਬਣਾ ਰਿਹਾ ਐਕਸੈਪਟ ਲਾਸਟ ਟਿਨ ਜਿਹਦੇ ਵਿੱਚ ਕੰਸਨਟ੍ਰੇਟਡ HNO3 ਲਗਾਇਆ, ਨਾਲ ਸਾਈਡ ਪ੍ਰੋਡਕਟਸ ਡਿਫਰੈਂਟ ਹੈ, ਉਹ ਯਾਦ ਰੱਖਣੇ ਹੈ, ਠੀਕ ਹੈ ਜੀ। ਨੈਕਸਟ ਹੈਗੇ ਆ ਹੁਣ ਕੁਝ ਮੈਟਲਸ ਹੈਗੇ ਆ, ਸਮ ਮੈਟਲਸ ਲਾਈਕ ਆਇਰਨ क्रोमियम निकल एंड एलूमीनियम बिकम पैसिव, यानी कि वो पैसिव का मतलब वो रिएक्ट नहीं करते कंसनट्रेटेड HNO3 दे नाल। वाई? बिकॉज ड्यू टू द फॉर्मेशन ऑफ अ थिन प्रोटैक्टिव लेयर ऑफ द ऑक्साइड ऑन द सरफेस ऑफ द मैटल, यानी कि मैटल की सरफेस उत्ते जिवें सपोज आ एलूमीनीयम का सपोज पैन एलूमीनीयम का बनया है, ये जे तुसी नाइट्रिक एसिड पाओगे तो सिर्फ वो सरफेस ही खराब होगी, सरफेस ते ऑक्साइड फॉर्मेशन हो जूगी तो सारा जिहड़ा मैटल है वो खराब नहीं होगा। सो आ फॉर्मेशन ऑफ थिन प्रोटैक्टिव लेयर ऑफ द ऑक्साइड ऑन द सरफेस ऑफ द मैटल विच प्रिवेंट्स फर्दर एक्शन। इस करके जिहड़े एलूमीनीयम कंटेनर्स है कैन बी यूज्ड फॉर स्टोरिंग कंसनट्रेटेड HNO3। नैक्सट अपना हैगा जी एक्वा रीजिया, वेरी वेरी इंपॉर्टेंट। एक्वा रीजिया जिहड़ा हैगा इट इज़ मिक्सचर ऑफ 3 वॉल्यूम्स ऑफ HCl एंड 1 वॉल्यूम ऑफ HNO3। इट डिजॉल्व्स नोबल मैटल्स गोल्ड ते प्लैटिनम। ऐसा क्यों?
देखो राजे पहला की हुंदा जदों HNO3 ते HCl मिक्स करीदे है तो अपने कोल H2O निकलदा है ते NOCl नाइट्रोसिल क्लोराइड इज फॉर्मड प्लस आ नेसेंट क्लोरीन इज फॉर्मड। ये जिहड़ी नेसेंट क्लोरीन है बीइंग वेरी रिएक्टिव रिएक्ट्स विद गोल्ड एंड प्लैटिनम टू फॉर्म गोल्ड क्लोराइड एंड प्लैटिनम क्लोराइड। फिर उस तो बाद जे HCl होर मतलब HCl के 3 वॉल्यूम है, सो वैन HCl फर्दर रिएक्ट्स इट फॉर्म्स HAuCl4 क्लोरोऑरिक एसिड, ये H2PtCl से क्लोरोप्लैटिनिक एसिड। इस तरीके दे नाल तुसी गोल्ड ते प्लैटिनम नू डिजोल्व कर सकते हो। 7th पॉइंट है कि HNO3 अटैक्स प्रोटीन्स फॉर्मिंग अ येलो नाइट्रो कंपाउंड कॉल्ड xanthoprotein. It therefore stains the skin and वूल येलो, यानी कि HNO3 जेकर ये उत्ते गिर जाता है स्किन या वूल तो वो येलो कलर का हो जाता है स्किन उत्थों। क्यों? क्योंकि नाइट्रोजन जोड़ा HNO3 है प्रोटीन के नाल रिएक्ट करता है टू फॉर्म xanthoprotein। नैक्सट है ब्राउन रिंग टेस्ट, यानी कि ये एक ऐसा टेस्ट है जिहदे नाल तुसी डिटैक्ट कर सकते हो नाइट्रेट आयन, यानी कि तुहाडे कोल NO3 उपर नैगेटिव जिहड़ा नाइट्रेट आयन है वो प्रेजेंट है कि नहीं। की कीता जांदा है, एक टेस्ट ट्यूब दे विच आपां एक्वस सोल्यूशन ऑफ नाइट्रेट लईदा है। पहला आपां एक्वस सोल्यूशन लईदा है, उहदे उपरों आपां डाइल्यूट आयरन सल्फेट पाईदा है, फेरस सल्फेट को उहनूं घोल दईदा है। फिर अलॉन्ग दी वॉल्स यानी कि थोड़ा टेढ़ा करके अलॉन्ग दी वॉल्स आपां उहदे विच H2SO4 पाउने हैं। जे तां कुछ टाइम बाद ब्राउन रिंग बन जाती है दैट मीनस नाइट्रेट आयन प्रेजेंट है, अदरवाइज नहीं। हुण रिएक्शन की हो रही है, जिहड़ा नाइट्रेट आयन है वो Fe2 पॉजिटिव नू ऑक्सीडाइज कर दिंदा काहदे विच Fe3 पॉजिटिव ते बदले च की बनता है NO। आ जिहड़ा NO है ये फरदर रिएक्ट करता है Fe2 पॉजिटिव FeH2 उपर 2 पॉजिटिव ते नाल की फॉर्म कर दिंदा है, एक H2O निकलदा उहदी जगह ते NO लग जाता है ते अपने कोल कलर की आ जाता है ब्राउन कलर। एक कलर आया क्यों, जिहड़ा आह कलर है क्यों आया, बिकॉज ऑफ द चार्ज ट्रांसफर। देखो चार्ज ट्रांसफर किवें होया, द कलर ऑफ द कॉम्पलैक्स इज एक्चुअली ड्यू टू चार्ज ट्रांसफर, दैट इज एन इलैक्ट्रॉन इज ट्रांसफर्ड फ्रॉम NO टू Fe2 पॉजिटिव। NO तो ट्रांसफर होया, देखो राजे इत्थों एक इलैक्ट्रॉन ट्रांसफर होया इहदे विच NO के उत्ते पॉजिटिव चार्ज आ गया, ये Fe पॉजिटिव बन गया, ठीक है जी, एंड फॉर्म्स Fe पॉजिटिव एंड NO पॉजिटिव। वो जिहड़ा ब्राउन कलर है इस करके आया, तो ये याद रखना, ठीक है जी। फिर आपां यूजेस ऑफ HNO3 यूज़ कादे वास्ते हुंदी है, प्रेपरेशन ऑफ नाइट्रोग्लिसरीन, ट्राई नाइट्रोटोलुइन एंड अदर ऑर्गेनिक नाइट्रो कंपाउंड्स, in pickling of stainless steel, etching of metals, in manufacture of NH4NO3 for fertilizers and other nitrates for uses in explosive and pyrotechnics। uses इन्ने ज़्यादा इंपॉर्टेंट नहीं होंगे बट स्टिल चलो भी एक बारी पढ़ लो। नैक्सट अपना जिहड़ा कंपाउंड हैगा अमोनीया दे विच भी नाइट्रोजन है, सो विल डिस्कस अबाउट दिस भी अमोनीया कित्थे कित्थे किवें प्रिपेयर हुंदा है, कित्थे कित्थे यूज़ हुंदा है ते इहदियां प्रॉपर्टीज़ की है। अमोनीया प्रैपरेशन इन सॉयल धरती दे विच किवें बनदा है, इट इज़ फॉर्मड बाय द डीके ऑफ नाइट्रोजीनियस ऑर्गेनिक मैटल, एग्जाम्पल यूरिया। अपने कोल NH2CO NH2 यूरिया है, पानी की प्रेजेंस दे विच इट फॉर्म्स अमोनीयम कार्बोनेट, और डीकंपोज हो जाता है काहदे विच अमोनीया प्लस वाटर एंड कार्बन डाइऑक्साइड। दूसरी प्रैपरेशन की है, किसी भी अमोनीयम सॉल्ट दे विच जे असी बेस पावांगे कोई भी बेस तो NH3 गैस विल बी रिलीज्ड। फॉर एग्जाम्पल जे आप NH4Cl दे विच कैल्शियम हाइड्रोक्साइड पाया है तो अपने कोल की फॉर्म हो गया अमोनीया प्लस कैल्शियम क्लोराइड प्लस वाटर। फिर जे अपने कोल अमोनीयम सल्फेट है उहदे विच आपां NaOH पाया, वॉट विल बी फॉर्मड अमोनीया Na2SO4 एंड वाटर। मैਨੂਫੈਕਚਰ ऑफ अमोनीया बाय हेबर्स प्रोसैस, ये हुण हेबर्स प्रोसैस है, ठीक है। ये की कीता जांदा है, N2 ते हाइड्रोजन गैस मिक्स कीतियां जांदियां, केड़ी रेशियो दे विच 1:3 रेशियो,
ammonia, nitrogen ਤੇ nitrogen and hydrogen from air, they are mixed, they are put into a chamber where it contains iron catalyst, temperature 400 to 500 degrees Celsius and 200 atmosphere। ਇਹ ਇੱਥੇ ਰਿਐਕਟ ਕਰਕੇ ਇਹ ਗੈਸਿਸ ਜਿਹੜੀਆਂ ਜੋ ਵੀ ਬਣਦਾ ਗੈਸਿਸ ਆਰ ਕੂਲਡ ਐਂਡ ਅਮੋਨੀਆ ਟਰਨਸ ਇਨਟੂ ਲਿਕੁਇਡ। ਜਿਹੜੀਆਂ ਗੈਸਿਸ ਮਤਲਬ ਨਹੀਂ ਯੂਜ਼ ਹੋ ਰਹੀਆਂ ਅਨਰਿਐਕਟਡ ਹੈ ਉਹ ਇੱਥੋਂ ਕੱਢ ਕੇ ਦੁਬਾਰਾ ਉਹਨਾਂ ਨੂੰ ਰਿਐਕਟ ਕੀਤਾ ਜਾਂਦਾ ਤੇ ਐਂਡ ਤੇ ਆਪਣੇ ਕੋਲ ਕੀ ਮਿਲਦੀ ਹੈ ਲਿਕੁਇਡ ਅਮੋਨੀਆ। ऑप्टिमम कंडीशंस की है 200 एटमोसफेयर 700 कैलविन। कैटलिस्ट किहड़े यूज होंदे आ आयरन मोलिबिडनम एज प्रमोटर। बट हुण नाउ आयरन ऑक्साइड विद स्मॉल अमाउंट्स ऑफ K2O and Al2O3 are used to increase the rate of the reaction। So this is the Haber's process, you've done a lot many times। ਹੁਣ ਇਫ ਵੀ ਟਾਕ ਅਬਾਊਟ ਜਿਹੜੀਆਂ ਇੰਪਿਓਰ ਗੈਸਿਸ ਹੈ ਵੈਰੀ ਵੈਰੀ ਇੰਪੋਰਟੈਂਟ ਕਿ ਜਿਹੜੀਆਂ ਇੰਪਿਓਰ ਗੈਸਿਸ ਹੈ ਉਹ ਕੈਟਲਿਸਟ ਵਾਸਤੇ ਪੋਇਜ਼ਨ ਬਣ ਸਕਦੀਆਂ। ਇਸ ਕਰਕੇ ਹਾਈਡਰੋਜਨ ਤੇ ਨਾਈਟ੍ਰੋਜਨ ਸ਼ੁੱਡ ਬੀ ਜਿਹੜੀਆਂ ਯੂਜ਼ ਕਰ ਰਹੇ ਆ N2 ਤੇ H2 ਸ਼ੁੱਡ ਬੀ ਫ੍ਰੀ ਫਰੋਮ CO ਬਿਕੋਜ਼ ਦੇ ਕੈਨ ਸਪੋਇਲ ਦ ਵਰਕਿੰਗ ਆਫ ਦੀ catalyst, so CO acts as a catalytic poison। Now we talk about the properties। NH3 is a colorless gas with characteristic pungent smell। Ammonia gas is highly soluble in water। ਜਦੋਂ ਪਾਣੀ ਦੇ ਵਿੱਚ ਘੁਲਦਾ ਹੈ ਤਾਂ OH negative is formed, hence it is basic। ਉਹਦਾ ਜਿਹੜਾ aqueous solution ਹੈ it is basic। As a weak basic, it precipitates the hydroxides of many metals from their salt solutions। For example, FeCl3 ਤੇ NH4OH। NH4Cl is formed तो दे बदले दे विच Fe2O3.XH2O brown color ਦਾ compound form ਹੋ ਜਾਂਦਾ है। ZnSO4 plus 2NH4OH NH4 whole twice SO4 ਤੇ zinc hydroxide is formed which is white in color। CrCl3 when it reacts with NH4OH ਇਹਦਾ Cl ਲੈ ਲੈਂਦਾ ਤੇ OH chromium ਦੇ ਨਾਲ ਕ੍ਰਿਸ ਕ੍ਰੋਸ ਕਰਕੇ ਆਪਾਂ ਪ੍ਰੋਡਕਟਸ ਪ੍ਰਿਡਿਕਟ ਕਰ ਸਕਦੇ ਹਾਂ। नेक्स्ट वेरी इंपॉर्टेंट इज विद नेस्लर्स रीएजेंट। नेस्लर्स रीएजेंट की है एल्कलाइन K2HgI4 पोटैशियम मरकरी एंड आयोडीन का कंपाउंड है। नेस्लर रीएजेंट बनता किमें है पोटैशियम आयोडाइड इज रिएक्टेड विद मरकरी क्लोराइड टू फॉर्म KCl and mercuric iodide। This mercuric iodide is reacted with Ki to form Nessler's reagent। ਨੈਸਲਰਸ ਰੀਏਜੈਂਟ ਕੀ ਕਰਦਾ ਨੈਸਲਰਸ ਜਿਹੜਾ ਐਕਵਸ ਐਲਕਲਾਈਨ ਹੈ ਆਹ ਨੈਸਲਰਸ ਰੀਏਜੈਂਟ ਪਲਸ KOH ਵੈਨ ਅਮੋਨੀਆ ਇਜ਼ ਪਾਸਡ ਥਰੂ ਦਿਸ ਰੈਡਿਸ਼ ਪ੍ਰੈਸੀਪੀਟੇਟ ਇਜ਼ ਫਾਰਮਡ। ਉਹ ਕਾਹਦੇ ਹੈ HgO NH2 ਤੇ HgI। ਇਟ ਇਜ਼ ਨੋਨ ਐਜ਼ ਆਇਓਡਾਈਡ ਆਫ ਮਿਲੋਨਸ ਬੇਸ। HgO ਹੈ ਇੱਧਰ HgI ਹੈ ਤੇ ਇੱਧਰ ਅਮੋਨੀਆ ਦਾ ਕੀ ਲੱਗ ਗਿਆ NH2। तो दिस इज़ नोन ਇਹਦੇ ਰੈਡ ਪ੍ਰੈਸੀਪੀਟੇਟਸ ਹੈ ਇਹਨੂੰ ਕੀ ਕਹਿੰਦੇ ਆ ਆਇਓਡਾਈਡ ਆਫ ਮਿਲੋਨਸ ਬੇਸ। ਯਾਨੀ ਕਿ ਇਹ ਵੀ ਆਪਾਂ ਯੂਜ਼ ਕਰ ਸਕਦੇ ਹਾਂ ਫॉर ਦੀ ਡਿਟੈਕਸ਼ਨ ਆਫ ਅਮੋਨੀਆ। ਹੁਣ ਅਮੋਨੀਆ ਹੈ ਜਿਹੜਾ ਦੈਟ ਇਜ਼ ਯੂਜ਼ਡ ਇਨ ਦੀ ਡਿਟੈਕਸ਼ਨ ਆਫ ਮੈਟਲ ਆਇਨਸ ਲਾਈਕ ਕਾਪਰ ਤੇ ਸਿਲਵਰ। ਕਾਪਰ ਤੇ ਸਿਲਵਰ ਦੇ ਜਿਹੜੇ ਆਇਨਸ ਹੈ ਵੈਨ ਦੇ ਰਿਐਕਟ ਵਿਦ ਅਮੋਨੀਆ ਜਦੋਂ ਕਾਪਰ 2 ਪੋਜ਼ੀਟਿਵ ਅਮੋਨੀਆ ਦੇ ਨਾਲ ਰਿਐਕਟ ਕਰਦਾ ਹੈ ਇਟ ਫਾਰਮਸ ਕਾਪਰ NH3 ਹੋਰ 4 ਉੱਪਰ 2 ਪੋਜ਼ੀਟਿਵ ਡੀਪ ਬਲੂ ਸੋਲਿਊਸ਼ਨ ਇਜ਼ ਫਾਰਮਡ। ਜਦੋਂ ਅਮੋਨੀਆ ਦੇ ਨਾਲ ਡੀਪ ਬਲੂ ਸੋਲਿਊਸ਼ਨ ਬਣੇ ਦੈਟ ਮੀਨਸ ਉਹ ਕਾਪਰ ਹੈ। Ag ਪੋਜ਼ੀਟਿਵ ਜਿਹੜਾ ਕਲਰਲੈਸ ਹੈ ਸੋਲਿਊਸ਼ਨ ਦੀ ਫਾਰਮ ਦੇ ਵਿੱਚ ਹੈ ਪਾਣੀ ਵਾਂਗੂ ਉਹ Cl ਨੈਗੇਟਿਵ ਦੇ ਨਾਲ ਰਿਐਕਟ ਕਰਕੇ ਕੀ ਬਣਾ ਰਿਹਾ ਵਾਈਟ ਪ੍ਰੈਸੀਪੀਟੇਟ। ਹੁਣ ਇਹ ਜਿਹੜੇ ਵਾਈਟ ਪ੍ਰੈਸੀਪੀਟੇਟਸ ਹੈ ਕੀ ਇਹਨਾਂ ਦੇ ਵਿੱਚ Ag ਪ੍ਰੈਜ਼ੈਂਟ ਹੈ ਤਾਂ ਆਪਾਂ ਕੀ ਕਰਦੇ ਹਾਂ ਅਮੋਨੀਆ ਪਾਸ ਕਰਦੇ ਹਾਂ ਤੇ ਜੇ ਉਹ ਸੋਲਿਊਸ਼ਨ ਇਫ ਇਟ ਅਗੇਨਸ ਬਿਕਮ ਕਲਰਲੈਸ ਦੈਨ ਸਿਲਵਰ ਆਇਨ ਇਜ਼ ਪ੍ਰੈਜ਼ੈਂਟ। ਕਲਰਲੈਸ ਕਿਉਂ ਬਣਦਾ ਹੈ ਕਿਉਂਕਿ ਇਹ ਕੰਪਲੈਕਸ ਫਾਰਮ ਹੋ ਜਾਂਦਾ ਹੈ AgNH3 ਹੋਲ ਟਵਾਈਸ। ਜਿਹੜਾ ਅਮੋਨੀਆ that can be dried over lime CaO since it is basic। It is one of the points। Now we talk about uses of ammonia। Ammonia is used to produce various nitrogenous fertilizers like ammonium nitrate, urea, ammonium phosphate and ammonium sulfate। So it is used in the manufacture of some inorganic nitrogen compounds example HNO3
Liquid NH3 is also used as refrigerant because it quickly vaporizes and has high heat of vaporization and thus causes intense cooling on vaporization. This was the compounds of nitrogen. Now we will start the compounds of phosphorus. So पहला ਆਪਾਂ डिस्कस कर लेना नाइट्रोजन ਦੇ ਆਪਾਂ ਤਿੰਨ ਕੰਪਾਊਂਡਸ ਕੀਤੇ ਹੈ N2, HNO3 ਤੇ ammonia. Now we will talk about phosphorus. Phosphorus exists as P4. ਇਹਦੀਆਂ ਤਿੰਨ ਐਲੋਟ੍ਰੋਪਿਕ ਫਾਰਮਸ ਹੈ ਕਿਹੜੀਆਂ ਐਲੋਟ੍ਰੋਪਿਕ ਯਾਨੀ ਕਿ डिफरेंट फॉर्म्स. फर्स्ट इज वाइट और येलो फॉस्फोरस, सेकंड रेड फॉस्फोरस, थर्ड ब्लैक फॉस्फोरस. ब्लैक फॉस्फोरस अगे अल्फा ते बीटा फॉर्म दे विच एग्जिस्ट करती है. वाइट और येलो फॉस्फोरस ते रेड फॉस्फोरस दे विच मेन डिफरेंसिस की है, दे आर वेरी वेरी इंपॉर्टेंट. ਜਿਹੜਾ ਵਾਈਟ ਔਰ ਯੈਲੋ ਫਾਸਫੋਰਸ ਹੈ ਇਹ ਕਿਵੇਂ ਓਬਟੇਨ ਕੀਤਾ ਜਾਂਦਾ ਹੈ? ਓਬਟੇਨਡ ਬਾਈ ਰਿਡਕਸ਼ਨ ਆਫ P4O10 ਬਾਈ ਕਾਰਬਨ. ਯਾਨੀ ਕਿ ਜੇ ਆਪਾਂ P4O10 ਨੂੰ ਰਿਐਕਟ ਕਰਵਾਈਏ ਕਾਰਬਨ ਦੇ ਨਾਲ, ਇਟ P4 ਇਜ਼ ਰਿਲੀਜ਼ਡ. ਇਹ ਜਿਹੜੀ ਹੈ ਦਿਸ ਇਜ਼ ਵਾਈਟ ਫਾਸਫੋਰਸ. ਤੇ ਰੈੱਡ ਫਾਸਫੋਰਸ ਕਿਵੇਂ ਪ੍ਰਿਪੇਅਰ ਕੀਤੀ ਜਾਂਦੀ ਹੈ? ਜੇ ਆਪਾਂ ਵਾਈਟ ਫਾਸਫੋਰਸ ਨੂੰ ਹੀਟ ਕਰਦੇ ਹਾਂ ਐਟ 570 ਕੈਲਵਿਨ, inert atmosphere of carbon dioxide and coal gas for several hours, it changes to red phosphorus. ਜਿਹੜੀ ਵਾਈਟ ਫਾਸਫੋਰਸ ਹੈ ਉਹ ਸੌਫਟ ਹੈ, ਟਰਾਂਸਲੂਸੈਂਟ ਹੈ, ਵਾਈਟ ਵੈਕਸੀ ਪੋਇਜ਼ਨਸ ਸੋਲਿਡ ਹੈ ਵਿਦ ਗਾਰਲਿਕ ਲਾਈਕ ਔਡਰ. ਇਹ ਡਾਰਕ ਰੈੱਡ ਪਾਊਡਰ ਹੈ, ਇਮੋਰਫਸ ਹੈ ਐਂਡ ਓਡੋਰਲੈਸ ਹੈ, ਨॉन ਪੋਇਜ਼ਨਸ ਹੈ. ਇਟ ਕਾਜ਼es ਆਇਰਨ ਗ੍ਰੇ ਲਸਟਰ. ਹੁਣ ਜਿਹੜਾ ਵਾਈਟ ਨੈਕਸਟ ਵੈਰੀ ਵੈਰੀ ਇੰਪੋਰਟੈਂਟ ਦੇयर ਸਟਰਕਚਰ. ਜਿਹੜਾ ਵਾਈਟ ਫਾਸਫੋਰਸ ਹੈ ਇਹ ਡਿਸਕ੍ਰੀਟ ਯਾਨੀ ਕਿ ਕੱਲੇ P4 ਮੋਲੀਕਿਊਲਸ ਵਾਂਗੂ ਐਗਜ਼ਿਸਟ ਕਰਦੇ ਆ ਲਾਈਕ ਦਿਸ. ਵੇਅਰਐਜ਼ ਜਿਹੜਾ ਰੈੱਡ ਫਾਸਫੋਰਸ ਹੈ ਉਹ ਇਨ ਦਾ ਪੋਲੀਮੈਰਿਕ ਫਾਰਮ ਐਗਜ਼ਿਸਟ ਕਰਦਾ ਹੈ. ਹੁਣ ਜਿਹੜਾ ਵਾਈਟ ਫਾਸਫੋਰਸ ਹੈ ਇਟ ਕੰਸਿਸਟ ਆਫ ਡਿਸਕ੍ਰੀਟ P4 molecules in which the 4 phosphorus atoms are at the corners of the tetrahedron and each phosphorus atom is covalently linked to other 3 phosphorus atoms. ਇਹਨਾਂ ਦੇ ਵਿੱਚ ਜਿਹੜਾ ਬੌਂਡ ਐਂਗਲ ਹੈ ਉਹ 60 ਡਿਗਰੀ ਹੈ, ਜਿਹਦੇ ਕਰਕੇ ਇਟ ਇਜ਼ ਅੰਡਰ ਐਂਗਲ ਸਟ੍ਰੇਨ. ਯਾਨੀ ਕਿ ਜਿਵੇਂ ਇੱਦਾਂ ਐਂਗਲ 60 ਡਿਗਰੀ ਹੈ ਤਾਂ ਕੀ ਹੋਇਆ, ਉਹ ਐਂਗਲ ਸਟ੍ਰੇਨ ਹੈ ਯਾਨੀ ਕਿ ਅਨਸਟੇਬਲ ਹੈ. ਇਟ ਇਜ਼ ਵੈਰੀ ਵੈਰੀ ਅਨਸਟੇਬਲ, ਜਿਹਦੇ ਕਰਕੇ ਇਹ ਬੌਂਡ ਛੇਤੀ ਟੁੱਟ ਜਾਂਦਾ ਹੈ. ਇਟ ਰੈਡਲੀ ਕੈਚਿਸ ਫਾਇਰ ਇਨ ਏਅਰ ਗਿਵਿੰਗ ਡੈਂਸ ਵਾਈਟ ਫਿਊਮਸ ਆਫ ਫॉस्फोरस पेंटाऑक्साइड. यानी कि बहुत ज़्यादा रिएक्टिव है. रिएक्टिव क्यों है? बिकॉज इट इज़ अंडर एंगल स्ट्रेन. इट एग्जिस्ट इन द फॉर्म ऑफ अ टेट्राहेड्रन, कल्ले मॉलिक्यूल्स. ਜਿਹੜਾ ਸਾਡਾ ਰੈੱਡ ਫਾਸਫੋਰਸ ਹੈ ਇਟ ਹੈਜ਼ ਗੋਟ ਅ ਪੋਲੀਮੈਰਿਕ ਸਟਰਕਚਰ. ਪੋਲੀਮਰ ਜਿਹੜਾ ਹੁੰਦਾ ਉਹ ਘੱਟ ਰਿਐਕਟਿਵ ਹੁੰਦਾ ਕਿਉਂਕਿ ਉਹਦਾ ਤੋੜਨੇ ਚੇਨਸ ਵੈਰੀ ਡਿਫਿਕਲਟ. ਸੋ ਇਟ ਹੈਡ ਐਕਸਟੈਂਡਡ ਚੇਨ ਸਟਰਕਚਰ ਆਫ ਰੈੱਡ ਫਾਸਫੋਰਸ. ਆ ਬੜਾ ਇੰਪੋਰਟੈਂਟ ਹੈ ਕਿ ਜਿਹੜਾ ਸਾਡਾ ਵਾਈਟ ਫਾਸਫੋਰਸ ਹੈ ਉਹ ਕੱਲਾ ਐਗਜ਼ਿਸਟ ਕਰਦਾ, ਐਂਗਲ ਸਟ੍ਰੇਨ ਹੋਣ ਕਰਕੇ ਉਹ ਬੜਾ ਰਿਐਕਟਿਵ ਹੈ ਅਤੇ ਛੇਤੀ ਟੁੱਟ ਜਾਂਦਾ ਹੈ. ਵੈਰੀ ਵੈਰੀ ਇੰਪੋਰਟੈਂਟ. ਸੋ ਵਾਈਟ ਫਾਸਫੋਰਸ ਅਤੇ ਰੈੱਡ ਫਾਸਫੋਰਸ 'ਚੋਂ ਕਿਹੜਾ ਜ਼ਿਆਦਾ ਰਿਐਕਟਿਵ ਹੈ? ਵਾਈਟ ਫਾਸਫੋਰਸ. ਅਨਦਰ ਡਿਫਰੈਂਸ ਇਜ਼ ਕਿ ਜਿਹੜਾ ਸਾਡਾ ਵਾਈਟ ਫਾਸਫੋਰਸ ਹੈ ਦ ਵੇਰੀਅਸ P4 molecules are held together only by weak van der Waals forces of attraction and hence has melting point 317 Kelvin and boiling point 553 Kelvin. Red phosphorus, it has polymeric structures. Its melting point is 883 Kelvin, which is much higher, and reactivity is much lesser than that of white phosphorus. ਇਹਦਾ ਜਿਹੜਾ ਇਗਨੀਸ਼ਨ ਟੈਂਪਰੇਚਰ ਹੈ ਇਜ਼ ਵੈਰੀ ਲੋ, ਬਹੁਤ ਛੇਤੀ ਇਹਨੂੰ ਅੱਗ ਲੱਗਦੀ ਹੈ. and so it readily catches fire and to prevent it is stored under water. ਇਹਨੂੰ water ਦੇ ਵਿੱਚ store ਕੀਤਾ ਜਾਂਦਾ ਹੈ. It does not catch fire at ordinary temperature. It burns to give phosphorus pentaoxide when heated above 533 Kelvin. अगला point है कि it is insoluble in water. ਜਿਹੜਾ white phosphorus है it is insoluble in water but highly soluble in CS2 and benzene. It dissolves in boiling NaOH to form poisonous gas. ਆ white phosphorus ਹੈ, ਜਦੋਂ ਇਹ react ਕੀਤਾ ਜਾਂਦਾ ਹੈ boiling sodium hydroxide ਦੇ ਨਾਲ it forms PH3 which is poisonous gas and is known as phosphine. ਇਹ ਅਗਲਾ compound ਹੈ and NaH2PO2 is formed. Very important reaction. ਜਿਹੜਾ red phosphorus ਹੈ it is insoluble in both water and CS2.
When white phosphorus comes in contact with air, it undergoes slow combustion and glows in dark. The property of glowing in the dark is called as phosphorescence and chemiluminescence. Jada red phosphorus, it does not glow in dark. These are the main differences between white phosphorus and red phosphorus. Another important property is general red ਤੇ white ਦੇ ਵਿੱਚ ਜਿਹੜੇ laborers ਹੈ which work with white phosphorus, they suffer from a disease in which jaw bones decay, that is known as phossy jaw. When freshly prepared white phosphorus is nearly colorless, ਜਿਹੜਾ white phosphorus ਹੈ colorless ਹੈ, but ਉਹਨੂੰ yellow ਕਿਉਂ ਕਹਿੰਦੇ ਹੈ, but acquires a pale lemon yellow color on standing due to the formation of an oxide film on its surface. Hence it is also called as yellow phosphorus. ਜਿਹੜਾ red phosphorus है, it sublimes on heating, giving vapors which are the same as given by white phosphorus. When these vapors are condensed, white phosphorus is obtained. This gives a simple method of reconverting red phosphorus to white phosphorus. So this has to be learnt, right? जिन्ना ज़्यादा इनू पढ़ोगे वार वार उन्ना ज़्यादा तुहानू याद हो जाएगा. Now we talk about black phosphorus. Black phosphorus की है राजे, जड़ी black phosphorus है, it exists in two forms, alpha black phosphorus and beta black phosphorus. अल्फा ते बीटा दी जड़ी preparation है, जड़ी अल्फा ब्लैक है, it is prepared from red phosphorus at 803 Kelvin in sealed tube, तो अपने को अल्फा ब्लैक phosphorus बन चुकी. जड़ी वाइट phosphorus है वो जो हीट करते हैं 473 to 4000 ते 12000 एटमोसफेयर, बीटा ब्लैक phosphorus is formed. जड़ी अल्फा ब्लैक है, it can be sublimed in air and has opaque monoclinic and rhombohedral crystals. ये shapes होंदी है monoclinic and rhombohedral crystals. It does not oxidize in air. जेड़ा black phosphorus है, beta black है, वो it has a polymeric chain like structure like this, यानी कि थोड़ा जा graphite like structure है. It is the least reactive form of phosphorus. ਹੁਣ thermodynamically ਜਿਹੜੀ black phosphorus है, it is the most stable form of the phosphorus. It does not burn in air even up to 673 Kelvin. It is called as metallic allotrope of phosphorus because it is a good, ਹੁਣ ਜਿਹੜੀ graphite है, it's a good conductor of electricity. Similarly ਜਿਹੜਾ black phosphorus है, it is a good conductor of electricity. ਹੁਣ ਜਿਹੜੇ ਆਪਣੇ ਮੈਚ ਸਟਿਕਸ ਹੁੰਦੀਆਂ ਉਹਨਾਂ ਦੇ ਉੱਪਰ ਜਿਹੜਾ ਕੋਟਿੰਗ ਹੁੰਦੀ ਹੈ ਜਿਹਦੇ ਨਾਲ ਅੱਗ ਲੱਗਦੀ ਹੈ, ਸਟ੍ਰਾਈਕ ਐਨੀਵੇਅਰ ਮੈਚਸ, ਉਹਨਾਂ ਦੇ ਵਿੱਚ ਫੋਸਫੋਰਸ ਹੀ ਹੁੰਦਾ. ਇਟ ਕੰਟੇਨਸ P4S3 along with KClO3 ਫਿਲਰਸ ਐਂਡ ਗਲੂ. ਉਹਦੇ ਜਿਹੜਾ ਉੱਪਰ ਕੋਟਿੰਗ ਹੈ ਉਹ ਫੋਸਫੋਰਸ ਦੀ ਹੁੰਦੀ ਹੈ. ਠੀਕ ਹੈ ਜੀ. Now we talk about compounds of phosphorus. The first one is PH3 ਜਾਂ phosphine, also known as hydrogen phosphide or phosphorated hydrogen. Preparation ਕਿਵੇਂ ਹੈ ਦੀ? First from ਕਿਸੇ ਵੀ calcium phosphide ਨੂੰ ਜੇ ਵਾਟਰ ਜਾਂ HCl ਦੇ ਨਾਲ ਰਿਐਕਟ ਕਰਦੇ ਆ, ਐਨੀ ਕੈਲਸ਼ੀਅਮ ਫੋਸਫਾਈਡ ਇਹ ਵੀ ਇੰਟਰਚੇਂਜਿੰਗ ਨਾਲ ਬਣ ਜੂਗਾ. ਦੇਖੋ ਜਿਵੇਂ ਕੈਲਸ਼ੀਅਮ ਫੋਸਫਾਈਡ ਕੀ ਹੈ, CA3P2 यानी कि C ਦੇ ਉੱਤੇ 2 ਪੋਜ਼ਿਟਿਵ, P ਦੇ ਉੱਤੇ 3 ਨੈਗੇਟਿਵ, ਉਧਰੋਂ ਵਾਟਰ ਨੂੰ ਤੋੜ ਲਓ, H ਪੋਜ਼ਿਟਿਵ OH ਨੈਗੇਟਿਵ, ਇੰਟਰਚੇਂਜ ਕਰ ਲਓ, कैल्शियम हाइड्रोक्साइड बन गया प्लस PH3 बन गया. इदा याद हो चुका. ठीक है. तो कैल्शियम फॉस्फाइड ते वाटर, कैल्शियम फॉस्फाइड ते HCl, तो व्हाट इज फॉर्म्ड PH3 एंड PH3. लैब प्रेपरेशन किवें करोगे? बाय हीटिंग वाइट फॉस्फोरस विद कंसनट्रेटेड NaHO सॉल्यूशन इन एन इनर्ट एटमॉस्फेयर ऑफ कार्बन डाइऑक्साइड. वेरी 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 इंपॉर्टेंट रिएक्शन. P4 plus NaOH plus water, what does this form? PH3 plus sodium hypophosphite, NaH2PO2. Very very important reaction. Now we'll more talk about phosphine more. When pure, PH3 is non-inflammable, वैसे आग नहीं लगती, but it becomes inflammable जब आग क्यों लगती है? Due to the presence of these vapors, impurities, P2H4 और P4 vapors. तो की किया जाता है? टू प्यूरीफाई इट फ्रॉम इंप्योरिटीज़. जी फॉस्फीन गैस है, इट इज़ एब्जॉर्ब्ड इन HI टू फॉर्म फॉस्फोनियम आयोडाइड PH4I.
which on reacting with KOH gives a phosphine, जो यानी कि PH3 ਕੋਲ impurities है P2H4 और P4। ਤਾਂ ਕੀ ਕੀਤਾ ਜਾਂਦਾ ਹੈ, ਇਸ ਗੈਸ ਨੂੰ HI ਦੇ ਵਿੱਚੋਂ ਪਾਸ ਕੀਤਾ ਜਾਂਦਾ ਹੈ, PH3 ਕੀ ਬਣਾ ਲੈਂਦਾ ਹੈ PH4I, ਉਸ PH4I ਨੂੰ KOH ਦੇ ਨਾਲ ਰਿਐਕਟ ਕੀਤਾ ਜਾਂਦਾ ਤੇ ਆਪਣੇ ਕੋਲ ਪਿਓਰ PH3 ਬਣ ਜਾਂਦਾ। ਹੁਣ ਜਦੋਂ ਆਪਾਂ ਪ੍ਰਪੇਅਰ ਕਰਦੇ ਹਾਂ ਨਾ ਕਿਵੇਂ ਹੁੰਦਾ ਹੈ, ਇਸ ਰਾਊਂਡ ਬਾਟਮ ਫਲਾਸਕ ਦੇ ਵਿੱਚ ਇੱਕ ਵਾਈਟ ਫਾਸਫੋਰਸ ਹੈ ਤੇ ਐਲਕਲੀ ਹੈ। ਜਿਹੜੀ ਉੱਤੇ ਗੈਸ ਫਾਸਫੀਨ ਬਣਦੀ ਹੈ ਉਹ ਜਦੋਂ ਇੱਥੋਂ ਪਾਸ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀਆਂ ਰਿੰਗਸ ਬਣਦੀਆਂ ਜਿਨ੍ਹਾਂ ਨੂੰ ਵਰਟੈਕਸ ਰਿੰਗਸ ਜਾਂ ਫਾਸਫਰਸ ਰਿੰਗਸ ਕਹਿੰਦੇ ਹੈ। ਕਿਉਂ ਕਹਿੰਦੇ ਹੈ? ਡਿਊ ਟੂ ਦੀ ਫਾਰਮੇਸ਼ਨ ਆਫ P4O10। The vapors of PH3 ਜਿਹੜੇ impure ਹੈ produced are passed into water through a delivery tube. Each bubble of a gas on coming in contact with air undergoes combustion and forms a ring of smoke. These rings are called as vortex rings or phosphorus rings. These are due to the formation of P4O10. ਹੁਣ ਆਪਾਂ ਕਰਦੇ ਹਾਂ properties of PH3। ਇਹ ਕੀ ਹੈ? This is colorless gas with rotten fish smell, highly poisonous. It explodes in contact with traces of oxidizing agents like HNO3, Cl2 and Br2 vapors. Slightly soluble in water. The solution of PH3 in water decomposes. ਕਾਹਦੇ ਵਿੱਚ decompose ਹੁੰਦਾ ਹੈ? To P4 red phosphorus and H2. PH3 ਜਦੋਂ ਰਿਐਕਟ ਕੀਤਾ ਜਾਂਦਾ ਹੈ ਕਾਪਰ ਸਲਫੇਟ ਦੇ ਨਾਲ, it forms copper phosphide. ਸਿਮਿਲਰਲੀ ਮਰਕਰੀ ਫੋਸਫਾਈਡ, ਇਹ ਵੀ ਇੰਟਰਚੇਂਜਿੰਗ ਦੇ ਨਾਲ ਕ੍ਰਿਸ ਕ੍ਰੋਸ ਕਰਕੇ ਬਣ ਜਾਂਦੇ ਹੈ। H2SO4 and HCl are released. Phosphine is a weakly basic and like ammonia it gives phosphonium compounds, यानी कि PH3 when it reacts with HBr it forms PH4Br। ਜਿਵੇਂ NH3 ਸੀਗਾ, ਜੇ ਆਪਾਂ NH3 ਨੂੰ HBr ਦੇ ਨਾਲ ਰਿਐਕਟ ਕਰੀਏ ਤਾਂ ਕੀ ਫਾਰਮ ਹੋਊਗਾ? NH4 positive Br negative, similar is formed। ਠੀਕ ਹੈ ਜੀ। Now next are the uses of PH3। very important, ਦੋਵੇਂ important ਹੈ। in Holmes signals, what is Holmes signals? That's very important question। ਕੀ ਹੁੰਦਾ ਜਾਂਦਾ ਹੈ ਸ਼ਿਪਸ ਦੇ ਵਿੱਚ ਜਾਂ ਸੀ ਦੇ ਵਿੱਚ ਕੰਟੇਨਰਸ, ਵੱਡੇ ਕੰਟੇਨਰ ਹੈ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਕਾਰਬਾਈਡ ਤੇ ਕੈਲਸ਼ੀਅਮ ਫੋਸਫਾਈਡ ਹੁੰਦਾ ਹੈ। ਉਹਨਾਂ ਕੰਟੇਨਰਸ ਨੂੰ ਪੀਅਰਸ ਕੀਤਾ ਜਾਂਦਾ ਹੈ। ਕੰਟੇਨਰਸ containing calcium carbide and calcium phosphide are pierced and thrown in the sea. The calcium carbide and calcium phosphide hydrolyze to produce PH3 phosphine, C2H2 ethine and impurity of P2H4. P2H4 catches fire and ignites C2H2, एक fuel है, ignites C2H2 which burns with luminous flame। मतलब ਹੋ ਜਾਂਦੀ ਹੈ sparkling, luminous मतलब कि ਚਮਕਦੀ ਹੈ, which serving as a signal for the approaching ship or submarine. Next, in the production of smoke screens, shells containing calcium phosphide are exploded by warships where Ca3P2 hydrolysis produces phosphine which burns in air and gives clouds of P4O10 which acts as smoke screen। यानी कि ਧੂਏ ਦਾ ਸਕਰੀਨ ਬਣ ਜਾਂਦਾ ਹੈ। ਕਿਉਂ ਬਣਦਾ ਹੈ? ਉਹ ਰਿਐਕਸ਼ਨ ਤੇ ਡਿਪੈਂਡੈਂਟ ਹੈ। ਲਾਸਟ ਆਪਣਾ ਟੌਪਿਕ ਹੈਗਾ ਜੀ ਆਕਸੀ ਐਸਿਡਸ ਆਫ ਫਾਸਫੋਰਸ। ਸਭ ਤੋਂ ਪਹਿਲਾਂ ਹੈਗਾ ਆਰਥੋਫਾਸਫੋਰਸ ਔਰ ਫਾਸਫੋਨਿਕ ਐਸਿਡ ਜਿਹੜਾ ਕਿ H3PO3 ਹੈ। ਉਹ ਬਣਦਾ ਕਿਵੇਂ ਹੈ? ਇੱਦਾਂ ਹੀ ਟੇਬਲ ਬਣਾਉਣਾ, ਸਟਰਕਚਰ ਉਹਦਾ ਯਾਦ ਕਰਨਾ ਤੇ ਪ੍ਰੈਪਰੇਸ਼ਨ। P2O3 plus water it forms H3PO3 ਤੇ ਤੁਸੀਂ ਵੇਖ ਸਕਦੇ ਹੋ ਆਕਸੀਡੇਸ਼ਨ ਨੰਬਰ ਨਹੀਂ ਚੇਂਜ ਹੋ ਰਿਹਾ। P2O3 ਦੇ ਵਿੱਚ ਵੀ P ਦੇ ਉੱਤੇ +3 ਸੀਗਾ, ਇਹਦੇ ਵਿੱਚ ਵੀ +3। ਬੇਸਿਸਿਟੀ 2 ਹੈ, ਆਕਸੀਡੇਸ਼ਨ ਸਟੇਟ +3 ਹੈ। ਹੁਣ ਬੇਸਿਸਿਟੀ ਕੀ ਹੈ? ਜੇ ਤੁਸੀਂ ਇਹਦੇ ਸਟਰਕਚਰ 'ਚ ਦੇਖੋ ਆਕਸੀਜਨ ਦੇ ਨਾਲ ਡਾਇਰੈਕਟਲੀ ਸਿਰਫ 2 ਹਾਈਡਰੋਜਨਸ ਨੇ। ਆਹ ਤਾਂ ਹਾਈਡਰੋਜਨ ਡਾਇਰੈਕਟਲੀ P ਦੇ ਨਾਲ ਹੈ। ਧਿਆਨ ਨਾਲ ਸੁਣੋ, ਇਹ ਜਿਹੜਾ ਫਾਸਫੋਰਸ ਐਸਿਡ ਹੈ ਇਹ H ਪੋਜ਼ਿਟਿਵ ਜਿਹੜੇ ਲੂਜ਼ ਕਰੂਗਾ ਉਹ ਆਕਸੀਜਨ ਦੇ ਨਾਲ ਪ੍ਰੈਜ਼ੈਂਟ ਹੋਣੇ ਚਾਹੀਦੇ ਹੈ। ਤਾਂ ਕਿੰਨੇ ਹੈ? 1 ਤੇ 2, these will only be lost। ਆ ਜਿਹੜਾ ਹਾਈਡਰੋਜਨ P ਦੇ ਨਾਲ ਹੈ ਇਟ ਵਿਲ ਨਾਟ ਬੀ ਲੋਸਟ, ਇਸ ਕਰਕੇ ਦੀ ਬੇਸਿਸਿਟੀ ਕਿੰਨੀ ਹੈ? 2। ਦੀ ਅਮਾਊਂਟ ਆਫ ਹਾਈਡਰੋਜਨ ਇਟ ਗੈਟਸ ਆਇਓਨਾਈਜ਼ਡ ਟੂ। ਜਿਹੜਾ H3PO3 ਹੈ ਉਹ ਕਿੰਨੇ H ਪੋਜ਼ਿਟਿਵ ਲੂਜ਼ ਕਰਦਾ ਹੈ? ਸਿਰਫ 2। ਤਾਂ ਹੀ ਇਹਦੀ ਬੇਸਿਸਿਟੀ ਕੀ ਹੈ? 2, ਬਿਕੋਜ਼ ਉਹ ਜਿਹੜੇ ਹਾਈਡਰੋਜਨ ਹੈ ਉਹ ਡਾਇਰੈਕਟਲੀ ਆਕਸੀਜਨ ਦੇ ਨਾਲ ਲੱਗੇ ਹੋਣੇ ਚਾਹੀਦੇ ਹੈ।
H3PO2 hypophosphorus or phosphinic acid, ਇਹ ਕਿਵੇਂ ਬਣਦਾ ਹੈ white phosphorus plus alkali, it gives H3PO2। ਇਹਦੀ ਬੇਸਿਸਿਟੀ 1 ਹੈ। ਜੇ ਤੁਸੀਂ ਧਿਆਨ ਨਾਲ ਦੇਖੋ ਆ ਜਿਹੜੇ ਦੋ ਹਾਈਡਰੋਜਨ ਹੈ ਤਾਂ P ਦੇ ਨਾਲ ਲੱਗੇ ਹੋਏ ਹੈ, ਬਟ ਆ ਜਿਹੜਾ O ਦੇ ਨਾਲ ਇੱਕ H ਹੈ। ਤਾਂ ਇਹਦਾ ਇਹ ਬੜਾ ਇੰਪੋਰਟੈਂਟ ਕੁਐਸਚਨ ਹੈ। ਦੇਖੋ ਵੇਖਣ 'ਚ ਤਾਂ ਐਂ ਹੀ ਲੱਗਦਾ ਪਿਆ H3PO2 ਐਂ ਹੀ ਲੱਗਦਾ ਪਿਆ ਵੀ ਇਹ 3H ਪੋਜ਼ੀਟਿਵ ਲੂਜ਼ ਕਰੂਗਾ, ਬਟ ਐਸਾ ਨਹੀਂ ਹੈ। ਇਹ ਸਿਰਫ ਇੱਕ H ਪੋਜ਼ੀਟਿਵ ਲੂਜ਼ ਕਰਦਾ ਹੈ। ਬਾਕੀ ਆ ਜਿਹੜੇ ਦੋ ਹਾਈਡਰੋਜਨ ਹੈ ਤਾਂ ਫਾਸਫੋਰਸ ਦੇ ਨਾਲ ਲੱਗੇ ਹੋਏ ਹੈ। ਸੋ ਦੈਟ ਮੀਨਸ ਇਹਦੇ ਵਿੱਚ ਤੁਸੀਂ ਸਟਰਕਚਰ ਡਰੋ ਕਰਕੇ ਤੁਹਾਨੂੰ ਪਤਾ ਲੱਗੂਗਾ। ਸੋ ਦਿਸ ਇਜ਼ ਦੀ ਟੇਬਲ। Next है H4P2O5 which is pyrophosphorus acid, PCl3 plus H3PO3 it forms H4P2O5। ਇਹਦੀ ਵੀ basicity 2 but oxidation number +3। this is its structure, so you have to learn to ਨਾ ਆ ਜਿਹੜੇ ਦੋ ਹਾਈਡਰੋਜਨ ਆਕਸੀਜਨ ਦੇ ਨਾਲ ਹੈ। Next is orthophosphoric acid P4O10 plus H2 it forms H3PO4, basicity 3, oxidation state +5। ਆ ਸਾਰੇ ਹੀ ਹਾਈਡਰੋਜਨਸ ਆਕਸੀਜਨ ਨਾਲ ਅਟੈਚਡ ਹੈ, ਇਸ ਕਰਕੇ ਤਿੰਨੇ H ਪੋਜ਼ੀਟਿਵ ਲੂਜ਼ ਕਰਾਏ ਜਾ ਸਕਦੇ ਹੈ। H4P2O6 hypophosphoric acid, red phosphorus plus alkali it forms H4P2O6, basicity 4, oxidation number 4। ਆ ਚਾਰੇ ਹੀ ਹਾਈਡਰੋਜਨ ਆਕਸੀਜਨ ਦੇ ਨਾਲ ਅਟੈਚਡ ਹੈ। Next is pyrophosphoric acid H4P2O7, it is formed by heating phosphoric acid, basicity 4, oxidation number +5। so this is the case, so you have to learn all these structures। ਹੁਣ ਉਹਨਾਂ ਦਾ ਕਿਹੜਾ ਕੀ ਕੰਮ ਹੈ, ਜਿਹੜੇ ਹਾਈਡਰੋਜਨ P ਦੇ ਨਾਲ ਅਟੈਚਡ ਹੈ ਉਹ ਰਿਡਿਊਸਿੰਗ ਕਰੈਕਟਰ ਦੇ ਵਿੱਚ ਯੂਜ਼ ਹੋ ਰਹੇ ਹੈ। ਯਾਨੀ ਕਿ ਜਿੰਨੇ P ਦੇ ਨਾਲ ਹਾਈਡਰੋਜਨ ਹੈ, ਜਿਵੇਂ ਆ P ਦੇ ਨਾਲ ਦੋ ਹਾਈਡਰੋਜਨ ਹੈ, ਇਹ ਸਭ ਤੋਂ ਜ਼ਿਆਦਾ ਸਟਰੋਂਗ ਰਿਡਿਊਸਿੰਗ ਹੋਊਗਾ, ਕਿਉਂਕਿ ਜਿਹੜੇ ਹਾਈਡਰੋਜਨਸ P ਦੇ ਨਾਲ ਡਾਇਰੈਕਟਲੀ ਅਟੈਚਡ ਹੈ ਦੇ ਵਿਲ ਹੈਲਪ ਇਨ ਦੀ ਰਿਡਕਸ਼ਨ ਰਿਡਿਊਸਿੰਗ ਪਾਵਰ। ਹੁਣ ਜਿਹੜੇ ਆਪਣੇ ਕੁਝ ਹੋਰ ਹੈਗੇ ਆ ਜਿਵੇਂ H3PO5 ਹੈ ਪਰ ਆਕਸੋ ਮੋਨੋਫਾਸਫੋਰਿਕ ਐਸਿਡ ਹੈ, ਉਹ ਕਿਵੇਂ ਬਣਦਾ ਹੈ P4O10 plus 30% H2O2, basicity 3, oxidation state +5। so ਆ ਉਹਦਾ ਸਟਰਕਚਰ ਹੈ। ਆ ਪਰ ਆਕਸੋ ਗਰੁੱਪ ਹੈ। then it is peroxo diphosphoric acid H4P2O8, it is formed by electrolysis of the mixture of K2HPO4 plus KF, basicity 4, oxidation state +5। ਇਹਦਾ peroxide linkage ਹੈ ਤੇ ਆ ਚਾਰ ਹਾਈਡਰੋਜਨ ਹੈ। you have to learn the structures। ਪ੍ਰੈਕਟਿਸ ਕਰਕੇ ਜਿੰਨਾ ਜ਼ਿਆਦਾ ਪ੍ਰੈਕਟਿਸ ਕਰੋਗੇ ਉਨਾ ਜ਼ਿਆਦਾ ਮਤਲਬ ਕਲੀਅਰ ਹੋਊਗਾ। ਫਿਰ ਹੈਗਾ ਮੈਟਾਫਾਸਫੋਰਿਕ ਐਸਿਡ ਵਿਚ ਇਜ਼ HPO3। ਮੈਟਾਫਾਸਫੋਰਿਕ ਐਸਿਡ ਮਤਲਬ ਇਹ ਪੋਲੀਮੈਰਿਕ ਫਾਰਮ 'ਚ ਜਾਂ ਤਾਂ ਉਹ ਲੀਨੀਅਰ ਪੋਲੀਮਰ ਹੋਵੇ ਜਿਵੇਂ HPO3N। ਇਹ ਫਾਸਫੋਰ ਇਹ ਬਣਦਾ ਕਿਵੇਂ ਹੈ ਫਾਸਫੋਰਸ ਐਸਿਡ ਪਲਸ Br2 ਹੀਟਡ ਇਨ ਅ ਸੀਲਡ ਟਿਊਬ। ਤੋ ਇਹਦੇ ਵਿੱਚ ਇੱਦਾਂ ਲੀਨੀਅਰ ਪੋਲੀਮਰ ਵਾਂਗੂ ਬਣਦੇ ਹੈ, ਜਾਂ ਇਹਦਾ ਸਾਈਕਲਿਕ ਟਰਾਈਮਰ ਬਣ ਸਕਦਾ ਹੈ। ਬੇਸਿਸਿਟੀ 3, ਆਕਸੀਡੇਸ਼ਨ ਸਟੇਟ +5, ਇੱਦਾਂ ਸਾਈਕਲਿਕ ਪੋਲੀਮਰ ਕਲੋਜ਼ਡ ਦੇ ਵਿੱਚ। ਈਚ P is attached to 2 oxygen, ਇੱਕ ਡਬਲ ਬੌਂਡਡ ਤੇ ਇੱਕ OH। ਸੋ ਦਿਸ ਇਜ਼ ਦੀ ਸਾਈਕਲਿਕ। ਹੁਣ ਇਹਨਾਂ ਸਾਰਿਆਂ ਤੋਂ ਆਪਾਂ ਨੂੰ ਕਨਕਲੂਜਨ ਕੀ ਮਿਲਿਆ? The oxo acids in which P has less than +5 oxidation state contain in addition to P double bond O P OH bonds either PP or PH bond but not both। ਜਿਨ੍ਹਾਂ ਦੇ ਵਿੱਚ ਆਕਸੀਡੇਸ਼ਨ ਸਟੇਟ +5 ਤੋਂ ਘੱਟ ਹੈ ਉਹਨਾਂ ਦੇ ਵਿੱਚ P ਡਬਲ ਬੌਂਡ O ਤੇ POH ਤੋਂ ਇਲਾਵਾ ਜਾਂ ਤਾਂ PP ਤੇ ਜਾਂ PH ਬੌਂਡ ਪ੍ਰੈਜ਼ੈਂਟ ਹੈ, not both। ਜਿਹੜਾ ਮੈਟਾਫਾਸਫੋਰਿਕ ਹੈ ਆਹ ਵਾਲਾ this metaphosphoric acid है और its salt है, it is not present in the form of simple molecules but often exist as cyclic trimer or linear polymer। NaH2PO2 contains 2 hydrogen atoms but it is not an acid salt क्योंकि वो ਜਿਹੜੇ हाइड्रोजन है वो ਤਾਂ डायरेक्टली किते कोल अटैच्ड है फॉस्फोरस ਤੇ ਉਹ ਫਾਸਫੋਰਸ ਨੇ ਲੂਜ਼ ਨਹੀਂ ਕਰਨੇ ਸੋ ਐਸਿਡ ਨਹੀਂ ਬਣ ਸਕਦਾ। यानी कि आ चीज़ है ना H डबल बॉन्ड O आ ONA ते आ H है आ तो H लूज नहीं कर सकता NaH2PO2 इस करके वो एसिड नहीं गा। इन NO3 नेगेटिव द सेंट्रल एटम इज sp2 हाइब्रिडाइज्ड बट इन PO3 नेगेटिव द सेंट्रल एटम इज sp3 हाइब्रिडाइज्ड। तुसी कढ़ के कर सकते हो सॉल्व, ठीक है जी। नैक्सट अपना हैगा जी होर इन्हां दे पॉइंट्स जिहड़े द एसिड्स इन +3 ऑक्सीडेशन स्टेट ऑफ फॉस्फोरस टेंड टू डिसप्रपोर्शनेट टू हायर एंड लोअर ऑक्सीडेशन। जिवें H3PO3 है
On heating it gives H3PO4, very very important question, it gives H3PO4 plus PH3. The acid which contains pH bond have strong reducing properties, जो मैं पहले ही तुहानू दसता. Hypophosphorus acid ਜਿਹੜਾ H3PO2 है, ਜਿਹੜਾ आ वाला double bond OH are directly H. It is a good reducing agent as it contains 2 pH bonds and reduces AgNO3 to metallic Ag. AgNO3 plus H2O plus H3PO2. ਇਹ ਤਾਂ ਆਪ ਆਕਸੀਡਾਈਜ਼ ਹੋ ਗਿਆ ਕਾਦੇ ਵਿੱਚ H3PO4 ਚ, ਤੇ ਸਿਲਵਰ ਨਾਈਟ੍ਰੇਟ ਨੂੰ ਕਾਦੇ ਵਿੱਚ ਰਿਡਿਊਸ ਕਰਤਾ Ag ਦੇ ਵਿੱਚ. ਸੋ ਇਟ ਐਕਟਸ ਐਜ਼ ਅ ਰਿਡਿਊਸਿੰਗ ਏਜੰਟ. ਜਿਹੜੇ pH bonds ਹੈ are not ionizable to give H positive and do not play role in basicity. Only those hydrogen atoms which are attached with oxygen in POH are ionizable and cause basicity. आप already discuss कर लिया. So you can go through it. अपना group 15 इत्थे खत्म हो गया है. ਆਪਾਂ ਨੈਕਸਟ ਵੀਡੀਓ ਦੇ ਵਿੱਚ ਗਰੁੱਪ 16 ਕਰਾਂਗੇ. ਆਈ ਹੋਪ ਤੁਹਾਨੂੰ ਕਲੀਅਰ ਹੋ ਜਾਏ. ਥੋੜਾ ਗਰੁੱਪ 15 ਵੱਡਾ ਹੈ, ਬਾਕੀ ਹੁਣ ਜਿਹੜੇ ਗਰੁੱਪਸ ਹੈ ਉਹ ਥੋੜੇ ਛੋਟੇ ਹੈ. ਆਈ ਹੋਪ ਯੂ ਹੈਵ ਅੰਡਰਸਟੂਡ.